ਪਿਆਰੇ ਸਾਥੀਓ, ਰੈਡੀਕਲ ਦੇਸੀ ਦੇ ਇਸ ਮੰਚ 'ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲੰਮੇ ਸਮੇਂ ਤੋਂ ਰੈਡੀਕਲ ਦੇਸੀ ਤੁਹਾਡੇ ਲਈ ਆਲਟਰਨੇਟਿਵ ਪੋਲਿਟਿਕਸ ਕਵਰ ਕਰਦਾ ਆਇਆ। ਇਦਾਰਾ ਰੈਡੀਕਲ ਦੇਸੀ ਦੀ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਮੁਖਤਾਰਾ ਜਿਹੜਾ ਮੀਡੀਆ ਹੈ, ਜੋ ਕੁਛ ਉਹ ਪਰੋਸ ਰਿਹਾ ਉਸ ਤੋਂ ਵੱਖਰਾ ਕੁਝ ਲੋਕਾਂ ਲਈ ਪੇਸ਼ ਕੀਤਾ ਜਾਵੇ। ਸੋ ਉਸੇ ਕੜੀ ਦੇ ਵਿੱਚ ਰੈਡੀਕਲ ਦੇਸੀ ਵੱਲੋਂ ਮੈਂ ਹੁਣ ਸਮੇਂ-ਸਮੇਂ 'ਤੇ ਸਿਆਸੀ ਮਸਲਿਆਂ 'ਤੇ ਤਬਸਰਾ ਕਰਦਾ ਰਹਾਂਗਾ। ਮੈਂ ਹਾਂ ਗੁਰਪ੍ਰੀਤ ਸਿੰਘ, ਇਦਾਰਾ ਰੈਡੀਕਲ ਦੇਸੀ ਦਾ ਡਾਇਰੈਕਟਰ। ਸੋ ਅੱਜ ਦੇ ਦਿਨ ਤੋਂ ਇਹ ਤੈਅ ਕੀਤਾ ਗਿਆ ਕਿ YouTube ਰਾਹੀਂ, ਸੋਸ਼ਲ ਮੀਡੀਆ ਰਾਹੀਂ ਮੈਂ ਸਮੇਂ-ਸਮੇਂ 'ਤੇ ਰੈਡੀਕਲ ਦੇਸੀ ਵੱਲੋਂ ਤਬਸਰਾ ਕਰੂੰਗਾ। ਅੱਜ ਦਾ ਹੀ ਦਿਨ ਕਿਉਂ ਚੁਣਿਆ ਗਿਆ, ਇਸ ਦਾ ਵੀ ਕਾਰਨ ਹੈ। 5 ਅਗਸਤ ਦਾ ਦਿਨ ਜਿਹੜਾ ਹੈ, ਇਤਿਹਾਸ ਦੇ ਵਿੱਚ ਹਮੇਸ਼ਾ ਹੀ ਕਾਲੇ ਦਿਨ ਵਜੋਂ ਜਾਣਿਆ ਜਾਂਦਾ ਰਹੇਗਾ। ਔਰ ਉਸ ਦਾ ਕਾਰਨ ਇਹ ਹੈ ਕਿ 5 ਅਗਸਤ 2020 ਹੈ ਅੱਜ। ਸੋ ਅੱਜ ਦੇ ਦਿਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਯੋਧਿਆ ਵਿਖੇ ਗਏ, ਜਿੱਥੇ ਰਾਮ ਮੰਦਰ ਦੀ ਉਸਾਰੀ ਲਈ ਉਹਨਾਂ ਨੇ ਜਿਹੜਾ ਉੱਥੇ ਭੂਮੀ ਪੂਜਨ ਦਾ ਪ੍ਰੋਗਰਾਮ ਰੱਖਿਆ ਗਿਆ, ਉਸ ਵਿੱਚ ਹਿੱਸਾ ਲਿਆ ਔਰ ਉਸ ਰਾਮ ਮੰਦਰ ਦੀ ਉਸਾਰੀ ਲਈ ਨੀਂਹ ਪੱਥਰ ਰੱਖਿਆ। ਇਸੇ ਹੀ ਦਿਨ ਸਾਲ ਪਹਿਲਾਂ ਕਸ਼ਮੀਰ ਦੇ ਵਿੱਚ ਧਾਰਾ 370 ਨੂੰ ਤੋੜਿਆ ਗਿਆ। ਕਸ਼ਮੀਰੀਆਂ ਦੀ ਰਾਏ ਜਾਣੇ ਬਿਨਾਂ, ਉਹਨਾਂ ਦਾ ਪੱਖ ਸੁਣੇ ਬਿਨਾਂ ਐਡਾ ਵੱਡਾ ਫੈਸਲਾ ਲੈ ਲਿਆ ਗਿਆ, ਉਹਨਾਂ ਦਾ ਭਵਿੱਖ ਤੈਅ ਕਰ ਦਿੱਤਾ ਗਿਆ। ਜੇ ਅਸੀਂ ਅਯੋਧਿਆ ਕਾਂਡ ਦੇ ਜਿਹੜਾ ਥੋੜ੍ਹਾ ਪਿਛੋਕੜ ਜਾ ਕੇ ਵੇਖੀਏ ਤਾਂ 6 ਦਸੰਬਰ ਨੂੰ 1992 ਨੂੰ ਜਦੋਂ ਭਾਰਤੀ ਜਨਤਾ ਪਾਰਟੀ ਦੇ ਸਮਰਥਕਾਂ ਨੇ ਬਾਬਰੀ ਮਸਜਿਦ ਨੂੰ ਢਹਿ ਢੇਰੀ ਕੀਤਾ, ਉਸ ਦਿਨ ਕੀ ਹੋਇਆ ਸੀ? ਉਸ ਦਿਨ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਸਾਰਾ ਕੁਝ ਕੀਤਾ ਗਿਆ। ਬਿਲਕੁਲ ਉਸੇ ਤਰੀਕੇ ਨਾਲ ਸੰਵਿਧਾਨ ਦੀਆਂ ਧੱਜੀਆਂ ਉਡਾ ਕੇ ਕਸ਼ਮੀਰ ਦਾ ਭਵਿੱਖ ਤੈਅ ਕੀਤਾ ਗਿਆ। ਸੋ ਭਾਰਤ ਦੀ ਜਿਹੜੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ਹੈ, ਉਸ ਦਾ ਸੰਵਿਧਾਨ 'ਚ ਕੋਈ ਵਿਸ਼ਵਾਸ ਨਹੀਂ ਹੈ। ਉਹ ਹਿੰਦੂ ਰਾਸ਼ਟਰ ਬਣਾਉਣ 'ਤੇ ਤੁਲੇ ਹੋਏ ਨੇ। ਇਹ ਗੱਲ ਜਗ ਜ਼ਾਹਰ ਹੋ ਚੁੱਕੀ ਹੈ। ਇਹ ਸਾਰਾ ਕੁਝ ਜੋ ਅਸੀਂ ਵੇਖ ਰਹੇ ਹਾਂ, ਉਸ ਦੀ ਕੜੀ ਦਾ ਹਿੱਸਾ ਹੀ ਹੈ। 5 ਅਗਸਤ ਵਾਲੇ ਦਿਨ ਹੀ ਉਹਨਾਂ ਨੇ ਇਹ ਕਿਉਂ ਤੈਅ ਕੀਤਾ ਕਿ ਰਾਮ ਮੰਦਰ ਦੀ ਉਸਾਰੀ ਲਈ ਭੂਮੀ ਪੂਜਨ ਹੋਵੇ? ਜਿਹੜਾ ਵੀ ਕੋਈ ਸਿਆਸੀ ਸੂਝ-ਬੂਝ ਰੱਖਦਾ ਇਸ ਗੱਲ ਨੂੰ ਸਮਝੇਗਾ ਕਿ ਇਸ ਦੇ ਪਿੱਛੇ ਮਨਸ਼ਾ ਇਹ ਹੈ ਕਿ ਭਾਰਤੀ ਜਨਤਾ ਪਾਰਟੀ ਆਪਣੇ ਜਿਹੜੇ ਪੱਕੇ ਸਮਰਥਕ ਨੇ, ਉਹਨਾਂ ਨੂੰ ਜਚਾਉਣਾ ਚਾਹੁੰਦੀ ਕਿ ਅਸੀਂ ਆਪਣੇ ਵਾਅਦੇ ਪੂਰੇ ਕੀਤੇ। ਹਾਲਾਂਕਿ ਹੋਰ ਬੜੇ ਸਾਰੇ ਵਾਅਦੇ ਸੀਗੇ ਕਿ ਰੁਜ਼ਗਾਰ ਦੇ ਸਾਧਨ ਪੈਦਾ ਕਰਾਂਗੇ, ਵਿਕਾਸ ਕਰਾਂਗੇ, ਆਹ ਹੋਵੇਗਾ, ਵਾਹ ਹੋਵੇਗਾ। ਉੱਥੇ ਤਾਂ ਕੁਝ ਨਹੀਂ ਹੋਇਆ। ਪਰ ਜਿਹੜੇ ਦੋ ਭਾਵਨਾਤਮਕ ਮੁੱਦੇ ਸੀਗੇ ਕਿ ਰਾਮ ਮੰਦਰ ਬਣਾਵਾਂਗੇ, ਕਸ਼ਮੀਰ 'ਚ ਧਾਰਾ 370 ਤੋੜਾਂਗੇ, ਉਹ ਉਹਨਾਂ ਨੇ ਪੂਰਾ ਕਰਕੇ ਵਿਖਾਤਾ। ਔਰ ਹਿੰਦੂਤਵੀ ਜਿਹੜੀ ਉਹ ਸੈਗਮੈਂਟ ਹੈ, ਉਹ ਜਿਹੜਾ ਹਿੰਦੂਤਵੀ ਸੋਚ ਨੂੰ ਪਰਨਾਇਆ ਹੋਇਆ ਇੱਕ ਜਨ ਸਮੂਹ, ਉਸ ਦੀਆਂ ਇੱਛਾਵਾਂ ਦੀ ਪੂਰਤੀ ਕਰ ਦਿੱਤੀ ਗਈ ਹੈ। ਇਹ ਜਚਾਉਣ ਲਈ 5 ਅਗਸਤ ਵਾਲੇ ਦਿਨ ਇਹ ਸਾਰਾ ਕੁਝ ਕੀਤਾ ਗਿਆ। ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ। ਜਿਹੜੇ ਵੀ ਸਿਆਸੀ ਸੂਝ ਰੱਖਦੇ ਨੇ ਉਹ ਇਸ ਗੱਲ ਨੂੰ ਸਮਝਣਗੇ। ਹੁਣ ਨਰਿੰਦਰ ਮੋਦੀ ਦਾ ਅਯੋਧਿਆ ਵਿਖੇ ਜਾਣਾ ਅਜਿਹੇ ਮੌਕੇ 'ਤੇ, ਜਦੋਂ ਕਸ਼ਮੀਰ ਦੀ ਜਿਹੜੀ ਧਾਰਾ 370 ਨੂੰ ਤੋੜੇ ਜਾਣ ਦੀ ਪਹਿਲੀ ਵਰ੍ਹੇਗੰਢ ਹੋਵੇ, ਇੱਕ ਮੈਸੇਜ ਬੜਾ ਕਲੀਅਰ ਹੈ ਕਿ ਅਸੀਂ ਆਪਣੇ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਸਮਰਥਕ ਨੇ, ਉਹਨਾਂ ਦੇ ਮੂੰਹ ਚੋਪੜਨ ਲਈ ਸਾਰਾ ਕੁਝ ਕੀਤਾ। ਪਰ ਨਾਲ ਦੀ ਨਾਲ ਮੁਸਲਮਾਨ ਭਾਈਚਾਰੇ ਨੂੰ ਇਹ ਜਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਤੁਸੀਂ ਇਸ ਮੁਲਕ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਹੋ। ਇਸ 'ਚ ਵੀ ਕੋਈ ਕਿਸੇ ਨੂੰ ਭੁਲੇਖਾ ਨਹੀਂ ਰਹਿਣਾ ਚਾਹੀਦਾ। ਸੋ 5 ਅਗਸਤ ਨੂੰ ਇੱਕ ਚੁਣੌਤੀ ਸਮਝਦਿਆਂ ਹੋਇਆਂ ਮੈਂ ਤੈਅ ਕੀਤਾ ਕਿ ਰੈਡੀਕਲ ਦੇਸੀ ਵੱਲੋਂ ਤਬਸਰਾ ਜਿਹੜਾ ਹੈ ਉਹ ਅੱਜ ਤੋਂ ਸ਼ੁਰੂ ਕੀਤਾ ਜਾਵੇ, ਤਾਂ ਜੋ ਇਸ ਪੂਰੀ ਜਿਹੜੀ ਪੋਲਿਟਿਕਸ ਚੱਲ ਰਹੀ ਹੈ, ਜਿਸ ਕਿਸਮ ਦਾ ਨੈਰੇਟਿਵ ਪਰੋਸਿਆ ਜਾ ਰਿਹਾ ਲੋਕਾਂ ਨੂੰ, ਉਸ ਦਾ ਇੱਕ ਆਲਟਰਨੇਟਿਵ, ਉਸ ਦਾ ਇੱਕ ਬਦਲ ਲੋਕਾਂ ਦੇ ਸਾਹਮਣੇ ਰੱਖਿਆ ਜਾ ਸਕੇ। ਹੁਣ ਅਗਲੀ ਗੱਲ ਇਹ ਕਿ ਜੋ ਕੁਝ ਹੋਇਆ, ਵਾਪਰਿਆ, ਉਸ ਤੋਂ ਬਾਅਦ ਬਾਕੀ ਦੀਆਂ ਪਾਰਟੀਆਂ ਦਾ ਪ੍ਰਤੀਕਰਮ ਕੀ ਹੈ? ਕਾਂਗਰਸੀ ਵੀ ਬਾਗੀਆਂ ਪਾ ਰਹੇ ਨੇ, ਵੱਡਾ ਮੀਡੀਆ ਵੀ ਪਾ ਰਿਹਾ। ਦੱਸਣ ਦੀ ਇਹ ਕੋਸ਼ਿਸ਼ ਕੀਤੀ ਜਾ ਰਹੀ ਕਿ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਸੀਗੀਆਂ ਇਸ ਮਸਲੇ ਦੇ ਨਾਲ। ਇਸ ਵਿੱਚ ਕੋਈ ਹੈਰਾਨੀ ਨਹੀਂ ਹੋਣੀ ਚਾਹੀਦੀ, ਕਿਉਂਕਿ ਪਹਿਲਾਂ ਵੀ ਅਜਿਹਾ ਕੁਝ ਹੁੰਦਾ ਵਾਪਰਦਾ ਰਿਹਾ। ਦੇਖੋ, ਜਦੋਂ ਬਾਬਰੀ ਮਸਜਿਦ ਦੇ ਵਿੱਚ ਪਹਿਲੀ ਵਾਰ ਸੰਨ ਲਾਈ ਗਈ, ਉੱਥੇ ਰਾਮ ਚੰਦਰ ਦੀ ਮੂਰਤੀ ਲਿਆ ਕੇ ਰੱਖੀ ਗਈ, ਰਾਮ ਲੱਲਾ ਜਿਸ ਨੂੰ ਕਿਹਾ ਜਾਂਦਾ, ਉਸ ਵੇਲੇ 1949 ਦੇ ਵਿੱਚ ਸਥਾਨਕ ਕਾਂਗਰਸ ਨਾਲ ਰਲ ਕੇ ਜਨਸੰਘੀਆਂ ਨੇ ਸਾਰਾ ਕੁਝ ਕੀਤਾ। ਕਾਂਗਰਸ 'ਚ ਇੰਨਾ ਦਮ ਨਹੀਂ ਸੀ ਕਿ ਉਹਨਾਂ ਉਸ ਮੂਰਤੀ ਨੂੰ ਚੁਕਾ ਕੇ ਮਸਜਿਦ ਦੀ ਮਰਿਆਦਾ ਬਹਾਲ ਕਰਦੀ। ਨਹਿਰੂ ਤੋਂ ਵੀ ਨਹੀਂ ਹੋ ਸਕਿਆ, ਇਹ ਯਾਦ ਰੱਖੋ। ਬਾਅਦ ਵਿੱਚ ਰਾਮ ਮੰਦਰ ਦੇ ਤਾਲੇ ਖੁਲਾਏ ਰਾਜੀਵ ਗਾਂਧੀ ਨੇ। ਉਸ ਤੋਂ ਬਾਅਦ ਤਾਂ ਗੱਲ ਵਿਗੜਦੀ ਚਲੀ ਗਈ। ਜਦੋਂ ਬਾਬਰੀ ਮਸਜਿਦ ਢਾਈ ਗਈ, ਉਦੋਂ ਨਰਸਿਮਹਾ ਰਾਓ ਇੱਕ ਕਾਂਗਰਸੀ ਪ੍ਰਧਾਨ ਮੰਤਰੀ ਸੀ, ਦੇਸ਼ ਦਾ ਜਿਹੜਾ ਹਾਕਮ ਸੀ। ਉਹੀ ਨਰਸਿਮਹਾ ਰਾਓ ਜਿਹੜਾ ਕਿ ਗ੍ਰਹਿ ਮੰਤਰੀ ਸੀ 1984 ਵਿੱਚ, ਜਦੋਂ ਸਿੱਖ ਵਿਰੋਧੀ ਕਤਲੇਆਮ ਹੋਏ। ਉਸ ਕਤਲੇਆਮ ਵਿੱਚ ਰਾਜੀਵ ਗਾਂਧੀ ਸਿੱਧੇ ਤੌਰ 'ਤੇ ਸ਼ਾਮਲ ਸੀ ਔਰ ਭਾਰਤੀ ਜਨਤਾ ਪਾਰਟੀ ਵਾਲੇ ਵੀ ਸ਼ਾਮਲ ਸੀਗੇ।
ਨਤੀਜਾ ਇਹ ਹੋਇਆ, ਕਤਲੇਆਮ ਤੋਂ ਤੁਰੰਤ ਬਾਅਦ ਜਦੋਂ ਚੋਣਾਂ ਹੋਈਆਂ ਨੇ ਤਾਂ ਭਾਰਤੀ ਜਨਤਾ ਪਾਰਟੀ ਦੀ ਸਾਰੀ ਵੋਟ ਕਾਂਗਰਸ ਦੇ ਹੱਕ 'ਚ ਸ਼ਿਫਟ ਹੋਈ। ਭਾਜਪਾ ਦੇ ਸਿਰਫ 2 MP ਰਹਿ ਗਏ ਸੀ। ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ। ਰਾਜੀਵ ਗਾਂਧੀ ਨੇ ਉਹਨਾਂ ਤਾਕਤਾਂ ਨੂੰ ਖੁਸ਼ ਕਰਨ ਦੀ ਖਾਤਰ ਟੀਵੀ 'ਤੇ ਰਾਮਾਇਣ ਦਾ ਪ੍ਰਸਾਰਣ ਸ਼ੁਰੂ ਕੀਤਾ। ਰਾਮਾਇਣ ਦੇ ਸਾਰੇ ਪਾਤਰ, ਕੀ ਰਾਮ, ਕੀ ਸੀਤਾ, ਕੀ ਰਾਵਣ, ਕੀ ਹਨੂਮਾਨ, ਸਾਰੇ ਹੀ ਬੀਜੇਪੀ 'ਚ ਜਾ ਵੜੇ। ਕਲੀਅਰ ਹੈ, ਰਾਜੀਵ ਗਾਂਧੀ ਦੀ ਮਨਸ਼ਾ ਸੀ ਇਸ ਪੂਰੀ ਲੌਬੀ ਨੂੰ ਖੁਸ਼ ਕਰਨ ਦੀ, ਉਸ ਵਿੱਚ ਉਹ ਕਾਮਯਾਬ ਹੋਇਆ। ਸੋ ਅੱਜ ਜਦੋਂ ਕਾਂਗਰਸੀ ਬਾਗੀਆਂ ਪਾ ਰਹੇ ਨੇ, ਚਾਹੇ ਕੈਪਟਨ ਅਮਰਿੰਦਰ ਸਿੰਘ ਹੈ, ਚਾਹੇ ਕਮਲਨਾਥ ਜਿਹੜਾ 84 ਕਤਲੇਆਮ ਵਿੱਚ ਸ਼ਾਮਲ ਸੀ, ਜਾਂ ਰਾਹੁਲ ਗਾਂਧੀ, ਤਾਂ ਹੈਰਾਨੀ ਵਾਲੀ ਕੋਈ ਗੱਲ ਨਹੀਂ। ਬਾਕੀ ਪਾਰਟੀਆਂ ਦਾ ਵੀ ਲਗਭਗ ਉਹੀ ਹਾਲ ਹੈ। ਬਹੁਜਨ ਸਮਾਜ ਪਾਰਟੀ, ਦਲਿਤਾਂ ਦੀ ਪਾਰਟੀ, ਬੀਬੀ ਮਾਇਆਵਤੀ ਵੀ ਉਸ ਫੈਸਲੇ ਦੇ ਹੱਕ 'ਚ। ਹਾਲਾਂਕਿ 6 ਦਸੰਬਰ ਨੂੰ ਜਦੋਂ ਬਾਬਰੀ ਮਸਜਿਦ ਢਾਈ ਗਈ, ਡਾਕਟਰ ਅੰਬੇਦਕਰ ਦੀ ਬਰਸੀ ਸੀ। ਇਹ ਗੱਲ ਭੁਲਾ ਕੇ ਮਾਇਆਵਤੀ ਅੱਜ ਬੀਜੇਪੀ ਦੀ ਬੋਲੀ ਬੋਲ ਰਹੀ ਹੈ। ਹਿੰਦੂ ਰਾਸ਼ਟਰਵਾਦ ਦੇ ਸਾਹਮਣੇ ਸਾਰਿਆਂ ਨੇ ਗੋਡੇ ਟੇਕ ਦਿੱਤੇ ਨੇ। ਜਿਹਨਾਂ ਲੋਕਾਂ ਨੂੰ ਮੋਰਚੇ ਲਾਉਣੇ ਚਾਹੀਦੇ ਸੀ ਇਸ ਗੱਲ ਦੇ ਖਿਲਾਫ, ਔਰ ਕਹਿਣਾ ਚਾਹੀਦਾ ਸੀ ਕਿ ਥਾਂ ਵਾਪਸ ਮੁਸਲਮਾਨਾਂ ਨੂੰ ਸੌਂਪੀ ਜਾਵੇ, ਉਹ ਸਾਰੇ ਖੱਸੀ ਸਾਬਤ ਹੋਏ ਨੇ। ਔਰ ਉਸ ਵਿੱਚ ਕਾਮਰੇਡ ਵੀ ਕਸੂਰਵਾਰ ਨੇ। ਕੋਈ ਮੋਰਚੇ ਨਹੀਂ ਲਾਏ ਉਹਨਾਂ ਨੇ ਇਸ ਕਿਸਮ ਦੀ ਜ਼ਿਆਦਤੀ ਦੇ ਖਿਲਾਫ। ਮਹਿੰਗਾਈ ਦੇ ਮੁੱਦੇ 'ਤੇ ਮੋਰਚੇ ਲਾਉਂਦੇ ਰਹੇ ਨੇ, ਪਰ ਇਹੋ ਜਿਹੇ ਮੁੱਦੇ 'ਤੇ ਕਦੇ ਕੋਈ ਮੋਰਚਾ ਨਹੀਂ ਲਾਇਆ। ਹਾਲਾਂਕਿ ਗੱਲਾਂ ਕਰਦੇ ਨੇ ਸੈਕੂਲਰਵਾਦ ਦੀਆਂ, ਫਿਰਕਾ ਪ੍ਰਸਤੀ ਦੇ ਖਿਲਾਫ ਲੰਮੀਆਂ ਲੰਮੀਆਂ ਗੱਲਾਂ ਕਰਨਗੇ। ਔਰ ਇਹੀ ਕਾਮਰੇਡ ਨੇ ਜਿਨ੍ਹਾਂ ਦੀ ਅਗਵਾਈ ਦੇ ਵਿੱਚ ਦੇਸ਼ ਭਗਤ ਯਾਦਗਾਰ ਹਾਰ, ਗਦਰੀਆਂ ਵੱਲੋਂ ਖੜੀ ਕੀਤੀ ਗਈ ਸੰਸਥਾ, ਉੱਥੇ ਭਾਜਪਾ ਦੇ ਸਮਾਗਮ ਹੋਏ ਹੈ। ਇਸ ਦਾ ਜਵਾਬ ਕਾਮਰੇਡਾਂ ਨੂੰ ਦੇਣਾ ਪੈਣਾ। ਹੁਣ ਸਮਾਂ ਆ ਗਿਆ ਕਿ ਲੋਕ ਅੱਗੇ ਵਧਣ, ਲੋਕ ਆਪ ਅਗਵਾਈ ਲੈਣ। ਜੇ ਭਾਰਤ ਨੂੰ ਹਿੰਦੂ ਰਾਸ਼ਟਰ ਬਣਨ ਤੋਂ ਬਚਾਉਣਾ ਤਾਂ ਲੋਕਾਂ ਨੂੰ ਹੀ ਉੱਠਣਾ ਪਵੇਗਾ। ਜੇ ਅਸੀਂ ਚਾਹੁੰਦੇ ਕਿ ਉਸ ਗੰਗੀ ਜਮਨੀ ਤਹਿਜ਼ੀਬ ਬਚੀ ਰਹੇ ਜਿਸ ਦੇ ਭਗਤ ਸਿੰਘ ਕਾਇਲ ਸੀ, ਮਹਾਤਮਾ ਗਾਂਧੀ ਕਾਇਲ ਸੀ, ਅੰਬੇਦਕਰ, ਗਦਰੀ ਬਾਬੇ ਕਾਇਲ ਸਨ, ਤਾਂ ਲੋਕਾਂ ਨੂੰ ਆਪ ਅੱਗੇ ਆਉਣਾ ਪਵੇਗਾ। ਸਿਆਸੀ ਪਾਰਟੀਆਂ ਨੂੰ ਕਿਸੇ ਕਿਸਮ ਦੀ ਆਸ ਰੱਖਣ ਦਾ ਕੋਈ ਫਾਇਦਾ ਨਹੀਂ ਹੈ। ਸਿਆਸੀ ਤੌਰ 'ਤੇ ਸਾਰੇ ਖੱਸੀ ਹੋ ਚੁੱਕੇ ਨੇ। ਇਸ ਖੱਸੀ ਲਾਣੇ ਤੋਂ ਕੁਝ ਨਹੀਂ ਸਵਰਨਾ। ਲੋਕਾਂ ਨੂੰ ਅੱਗੇ ਆਪ ਆਉਣਾ ਪੈਣਾ। ਅੱਜ ਉਸ ਮੁਲਕ ਨੂੰ ਇੱਕ ਹੋਰ ਆਜ਼ਾਦੀ ਦੀ ਲੜਾਈ ਦੀ ਲੋੜ ਹੈ। ਇਸ ਦੇ ਬਾਰੇ ਤੁਸੀਂ ਵਿਚਾਰ ਕਰੋ, ਮੈਂ ਵੀ ਵਿਚਾਰ ਕਰਾਂਗਾ। ਮੇਰੀ ਗੱਲ ਚੰਗੀ ਲੱਗੇ ਠੀਕ ਹੈ, ਨਹੀਂ ਚੰਗੀ ਲੱਗੇ ਤੁਹਾਡਾ ਕ੍ਰਿਟਿਸਿਜ਼ਮ, ਤੁਹਾਡੀ ਆਲੋਚਨਾ ਸਿਰ ਮੱਥੇ। ਥੋੜ੍ਹੇ ਦਿਨਾਂ ਬਾਅਦ ਫਿਰ ਦੁਬਾਰਾ ਕੋਈ ਤਬਸਰਾ ਲੈ ਕੇ ਹਾਜ਼ਰ ਹੋਵਾਂਗਾ। ਆਗਿਆ ਦਿਓ। ਧੰਨਵਾਦ।